Good morning, students. Welcome to your online mathematics class. This is lecture number 28 and exercise 1A. So the first sum is write the following in roster form. ਤਾਂ ਸਾਨੂੰ ਸਟੇਟਮੈਂਟ ਗਿਵਨ ਹੋਏਗੀ ਉਸਨੂੰ ਅਸੀਂ ਰੋਸਟਰ ਫਾਰਮ ਦੇ ਵਿੱਚ ਲਿਖ ਕੇ ਦਿਖਾਉਣਾ ਹੈ। ਸੋ ਫਰਸਟ ਸਟੇਟਮੈਂਟ ਹੈ A ਸੈੱਟ ਆ ਸਾਡੇ ਕੋਲ x such that x is an integer and ਜੋ x ਹੈ ਉਹ ਸਾਡੇ ਕੋਲ greater than ਹੈ -3 and less than 7। ਜੋ ਸਾਡੇ ਕੋਲ ਇਸ ਤਰ੍ਹਾਂ ਦੇ ਸਾਈਨ ਹੁੰਦੇ ਦੇਖੋ ਵੈਸੇ ਇਸ ਨੂੰ ਤੁਸੀਂ ਲੈਸ ਦੈਨ ਦਾ ਸਾਈਨ ਬੋਲੋਗੇ ਬਟ ਜਦੋਂ ਇਕੱਠੇ ਇਸ ਤਰ੍ਹਾਂ ਦੇ ਦੋ ਸਾਈਨ ਆਉਂਦੇ ਸਾਡੇ ਕੋਲ ਉਸ ਟਾਈਮ ਅਸੀਂ ਬੋਲਦੇ ਹਾਂ ਜੀ ਇਸ ਸਾਈਨ ਨੂੰ ਅਸੀਂ ਗ੍ਰੇਟਰ ਦੈਨ ਬੋਲਦੇ ਹਾਂ ਐਂਡ ਇਸ ਨੂੰ ਲੈਸ ਦੈਨ ਬੋਲਦੇ ਹਾਂ। ਤਾਂ ਅਸੀਂ ਇੱਕ ਐਕਸ ਇਹੋ ਜਿਹਾ ਇੰਟੀਜਰ ਲਿਖ ਕੇ ਦਿਖਾਉਣਾ ਜੋ -3 ਤੋਂ ਗ੍ਰੇਟਰ ਹੋਵੇ ਐਂਡ 7 ਤੋਂ ਲੈਸ ਹੋਵੇ ਐਂਡ ਇਸ ਦੀ ਰੋਸਟਰ ਫਾਰਮ ਬਣਾਵਾਂਗੇ। ਸੋ ਸੋਲਿਊਸ਼ਨ ਦੇ ਵਿੱਚ ਲਿਖਾਂਗੇ a ਇਜ਼ ਇਕੁਅਲ ਟੂ ਬ੍ਰੈਕਟ ਸਟਾਰਟ ਸੋ -3 ਤੋਂ ਗ੍ਰੇਟਰ -2 -1 0 1 2 ਲੈ ਕੇ ਆਪਾਂ ਲਿਖਾਂਗੇ 6 ਤੱਕ ਲਿਖਾਂਗੇ ਕਿਉਂਕਿ ਲੈਸ ਦੈਨ 7 ਕਿਹਾ ਸੀ। ਸੋ ਇਹ ਸਾਰੇ ਨੰਬਰ ਅਸੀਂ ਕੌਮਾਸ ਦੇ ਨਾਲ ਸੈਪਰੇਟ ਕਰਦੇ ਹੋਏ ਇਸ ਨੂੰ ਬ੍ਰੈਕਟ ਕਲੋਜ਼ ਕਰ ਦਿਆਂਗੇ। ਇਹ ਸਾਡੀ ਰੋਸਟਰ ਫਾਰਮ ਬਣ ਗਈ। ਸੈਕਿੰਡ ਬੀ ਸੈਟ ਹੈ x ਸੱਚ ਦੈਟ x ਇਜ਼ ਨੈਚੁਰਲ ਨੰਬਰ ਲੈਸ ਦੈਨ 6। x ਆਪਣੇ ਕੋਲ ਇੱਕ ਨੈਚੁਰਲ ਨੰਬਰ ਹੈ ਜੋ 6 ਤੋਂ ਅਸੀਂ ਲੈਸ ਲਵਾਂਗੇ। ਸੋ ਬੀ ਸੈਟ ਲਿਖਾਂਗੇ 1 ਤੋਂ ਲੈ ਕੇ ਅਸੀਂ 5 ਤੱਕ ਲਿਖ ਦੇਵਾਂਗੇ 6 ਨਹੀਂ ਆਏਗਾ ਇਸ ਦੇ ਵਿੱਚ ਸੌਰੀ ਐਂਡ ਸਾਡੇ ਕੋਲ ਬਣੇਗਾ 1 to 5 ਇਸ ਦਾ ਅਸੀਂ ਸੈੱਟ ਬਣਾ ਦੇਵਾਂਗੇ ਨੈਚੁਰਲ ਨੰਬਰਸ ਦਾ। ਸੋ 1 ਤੋਂ ਸਟਾਰਟ ਹੁੰਦੇ ਨੈਚੁਰਲ ਨੰਬਰ ਐਂਡ ਅਪ ਟੂ 5 ਅਸੀਂ ਲਿਖ ਦਿਆਂਗੇ। ਥਰਡ ਹੈ ਜੀ ਸੀ x such that x is 2 digit natural number such that sum of its digits is 8। x ਇਹੋ ਜਿਹਾ 2 digit ਨੰਬਰ ਲੈਣਾ ਅਸੀਂ ਨੈਚੁਰਲ ਹੋਵੇ ਜਿਸ ਦੇ ਡਿਜਿਟਸ ਦਾ ਸਮ ਸਾਨੂੰ 8 ਮਿਲੇ। ਤਾਂ ਕਿਹੜੇ ਕਿਹੜੇ ਕੇਸ ਆਉਂਦੇ ਸਾਡੇ ਕੋਲ ਇੱਕ ਤਾਂ 17 26 35 44 ਅਪ ਟੂ 80। ਤਾਂ ਦੇਖੋ ਇਹਨਾਂ ਦੋਵਾਂ ਦੇ ਡਿਜਿਟ ਨੂੰ ਜੇ ਅਸੀਂ ਐਡ ਕਰਾਂਗੇ ਤਾਂ ਆਂਸਰ ਸਾਡੇ ਕੋਲ 8 ਮਿਲੇਗਾ। 1 + 7 8 ਮਿਲੇਗਾ 2 + 6 8 ਮਿਲੇਗਾ 3 + 5 8 ਮਿਲੇਗਾ ਅਪ ਟੂ ਸੋ ਔਨ। ਸੋ ਇਹ ਅਸੀਂ ਪੋਸੀਬਲ ਕੇਸਿਸ ਦੇ ਰੋਸਟਰ ਫਾਰਮ 'ਚ ਲਿਖ ਦਿੱਤੇ। ਨੈਕਸਟ ਡੀ ਹੈ ਸਾਡੇ ਕੋਲ x ਸੱਚ ਦੈਟ x ਇਜ਼ ਪ੍ਰਾਈਮ ਨੰਬਰ ਵਿਚ ਇਜ਼ ਡਿਵਾਈਜ਼ਰ ਆਫ 60। ਉਹ ਪ੍ਰਾਈਮ ਨੰਬਰ ਲਿਖਣੇ ਅਸੀਂ ਜਿਹੜੇ 60 ਦੇ ਡਿਵਾਈਜ਼ਰ ਵੀ ਹੋਣ ਐਂਡ ਪ੍ਰਾਈਮ ਵੀ ਹੋਣ। ਪ੍ਰਾਈਮ ਨੰਬਰ ਤੁਹਾਨੂੰ ਪਤਾ ਹੈ ਜਿਨ੍ਹਾਂ ਦੇ ਅਸੀਂ ਅੱਗੇ ਫੈਕਟਰ ਨਹੀਂ ਬਣਾ ਸਕਦੇ। ਸੋ 2 3 ਐਂਡ 5 ਹੀ ਇਹੋ ਜਿਹੇ ਪ੍ਰਾਈਮ ਨੰਬਰਸ ਨੇ ਜੋ 60 ਦੇ ਡਿਵਾਈਜ਼ਰ ਨੇ। ਈ ਹੈ ਸਾਡੇ ਕੋਲ x ਸੱਚ ਦੈਟ x ਇਜ਼ ਲੈਟਰ ਇਨ ਦਾ ਵਰਲਡ ਟ੍ਰਿਗਨੋਮੈਟਰੀ। ਸਾਡੇ ਕੋਲ ਇੱਕ ਵਰਡ ਟ੍ਰਿਗਨੋਮੈਟਰੀ ਗਿਵਨ ਹੈ ਐਂਡ ਉਸ ਦੇ ਵਿੱਚ ਅਸੀਂ ਲੈਟਰ ਫਾਈਂਡ ਕਰਨੇ ਨੇ ਮੀਨਸ ਸਿੰਗਲ ਟਾਈਮ ਜੋ ਲੈਟਰ ਯੂਜ਼ ਹੋਇਆ ਉਹ ਲਿਖਣਾ ਹੈ। ਸੋ ਤੁਸੀਂ ਸਿੰਗਲ ਟਾਈਮ ਜਿਹਨੇ ਲੈਟਰ ਯੂਜ਼ ਹੋਏ ਲਿਖ ਦੇਣੇ ਜੇ ਕੋਈ ਡਬਲ ਟਾਈਮ ਉਸ ਨੂੰ 1 ਟਾਈਮ ਹੀ ਲਿਖੋਗੇ ਇਹ ਸਾਰੇ ਤੁਹਾਡੇ ਲੈਟਰ ਆ ਜਾਣਗੇ। ਲੈਟਰ ਮੀਨ ਅਲਫਾਬੈਟ ਹੁੰਦੇ ਆ ਉਸਨੂੰ ਲੈਟਰ ਵੀ ਕਹਿ ਦਿੰਦੇ ਆ। ਸੇਮ ਇਸ ਦਾ ਲਾਸਟ ਪਾਰਟ ਹੈ ਬੈਟਰ ਇਸ ਦੇ ਵੀ ਤੁਸੀਂ ਲਿਖ ਦੇਣੇ ਆ। ਸੈਕਿੰਡ ਸਮ ਹੈ ਸਾਡੇ ਕੋਲ ਸੈੱਟ ਬਿਲਡਰ ਫਾਰਮ ਦੇ ਵਿੱਚ ਲਿਖਣਾ ਹੈ। ਹੁਣ ਸਾਨੂੰ ਸਟੇਟਮੈਂਟ ਰੋਸਟਰ ਫਾਰਮ 'ਚ ਗਿਵਨ ਹੋਏਗੀ ਐਂਡ ਇਸ 'ਤੇ ਅਸੀਂ ਸੈੱਟ ਬਿਲਡਰ ਫਾਰਮ ਬਣਾਉਣੀ ਮੀਨਸ ਇੱਕ ਪ੍ਰੋਪਰਟੀ ਕਾਮਨ ਕੱਢ ਕੇ ਲਿਖਣੀ ਆ। ਫਸਟ ਹੈ ਜੀ a ਇਜ਼ ਇਕੁਅਲ ਟੂ 0। ਸੈੱਟ ਦੇ ਵਿੱਚ ਓਨਲੀ ਸਾਨੂੰ 0 ਗਿਵਨ ਹੈ ਤਾਂ ਇਸ ਨੂੰ ਅਸੀਂ ਕਿਸ ਨਜ਼ਰੀਏ ਨਾਲ ਦੇਖਾਂਗੇ ਕੀ ਲਿਖ ਸਕਦੇ ਹਾਂ ਇਹਦੇ ਬਾਰੇ। ਅਸੀਂ ਲਿਖ ਸਕਦੇ ਹਾਂ ਜੀ ਬ੍ਰੈਕਟ ਸਟਾਰਟ x ਇੱਕ ਇਹੋ ਜਿਹਾ ਨੰਬਰ x ਹੈ ਸੱਚ ਦੈਟ x ਇਜ਼ ਇਕੁਅਲ ਟੂ 0। ਇੱਕ ਇਹੋ ਜਿਹਾ ਨੰਬਰ ਹੈ ਸਾਡੇ ਕੋਲ ਸੈੱਟ ਦੇ ਵਿੱਚ ਜਿਸ ਨੂੰ ਅਸੀਂ x ਦਾ ਨੇਮ ਦਿੱਤਾ ਐਂਡ ਉਹ ਇਕੁਅਲ ਟੂ 0 ਹੈ। ਇਸ ਤੋਂ ਬਾਅਦ ਇਸ ਦੇ ਬਾਰੇ ਅਸੀਂ ਕੁਝ ਨਹੀਂ ਲਿਖ ਸਕਦੇ। ਸੈਕਿੰਡ ਹੈ b ਸਾਡੇ ਕੋਲ -1 ਐਂਡ 1। ਸੋ ਇਸ ਦੇ ਬਾਰੇ ਕੀ ਲਿਖ ਸਕਦੇ ਹਾਂ x ਸੱਚ ਦੈਟ x ਇਜ਼ ਐਨ ਔਡ ਇੰਟੀਜਰ। ਤਾਂ ਇਸ ਦੇ ਬਾਰੇ ਲਿਖ ਸਕਦੇ ਹਾਂ ਇੱਕ ਤਾਂ ਇਹ ਔਡ ਇੰਟੀਜਰ ਹੈ x ਇਜ਼ ਔਡ ਇੰਟੀਜਰ ਐਂਡ x ਮੋਡੂਲਸ ਲੈਸ ਦੈਨ 2। ਸਭ ਤੋਂ ਪਹਿਲਾਂ 1 ਐਂਡ 1 -1 ਐਂਡ 1 ਜੋ ਹੈ ਸਾਡੇ ਕੋਲ ਪਤਾ ਹੈ ਕਿ ਇਹ ਔਡ ਹੈ ਐਂਡ ਔਡ ਇੰਟੀਜਰ ਦੇ ਵਿੱਚ ਆਉਂਦੇ ਆ। ਇਸ ਦੇ ਬਾਰੇ ਹੋਰ ਕੀ ਲਿਖ ਸਕਦੇ ਹਾਂ ਕਿ x ਦਾ ਮੋਡੂਲਸ ਹੈ 2 ਤੋਂ ਲੈਸ ਆਏਗਾ। ਮੋਡੂਲਸ ਦੀ ਇੱਕ ਇਹ ਸਾਡੇ ਕੋਲ ਮੋਡੂਲਸ ਦਾ ਸਾਈਨ ਹੁੰਦਾ। ਇਸ ਦੀ ਪ੍ਰੋਪਰਟੀ ਇਹ ਹੈ ਕਿ ਇਸ ਦੇ ਵਿੱਚ ਕੋਈ ਵੀ ਅਸੀਂ ਨੈਗੇਟਿਵ ਨੰਬਰ ਜੋ ਪੁੱਟ ਕਰਦੇ ਹਾਂ ਤਾਂ ਸਾਨੂੰ ਆਂਸਰ ਪੋਜ਼ੀਟਿਵ ਨੰਬਰ ਹੀ ਦਿੰਦਾ ਇਹ। ਬਟ ਜੇ ਪੋਜ਼ੀਟਿਵ ਨੰਬਰ 'ਤੇ ਲੱਗਦਾ ਤਾਂ ਫਿਰ ਤਾਂ ਪੋਜ਼ੀਟਿਵ ਹੀ ਮਿਲੇਗਾ। ਨੈਗੇਟਿਵ ਨੰਬਰ ਨੂੰ ਇਹ ਪੋਜ਼ੀਟਿਵ ਨੰਬਰ ਕਰਕੇ ਸਾਨੂੰ ਰਿਜ਼ਲਟ ਦਿੰਦਾ। ਸੋ ਇਸ ਦੇ ਬਾਰੇ ਦੋ ਗੱਲਾਂ ਲਿਖ ਸਕਦੇ ਹਾਂ ਜੀ। ਥਰਡ ਹੈ ਸੀ ਸੈਟ ਸਾਡੇ ਕੋਲ ਗਿਵਨ ਹੈ ਨੰਬਰ। ਇਸ ਦੇ ਬਾਰੇ ਕੀ ਲਿਖ ਸਕਦੇ ਹਾਂ x ਸੱਚ ਦੈਟ x ਇਜ਼ ਔਡ ਨੈਚੁਰਲ ਨੰਬਰ ਲੈਸ ਦੈਨ 10। ਇਹ ਸਾਰੇ ਔਡ ਨੰਬਰਸ ਨੇ ਨੈਚੁਰਲਸ ਨੇ ਐਂਡ 10 ਤੋਂ ਲੈਸ ਨੇ। ਫੋਰਥ ਪੁਆਇੰਟ ਦੇ ਵਿੱਚ ਲਿਖ ਸਕਦੇ ਹਾਂ x ਇਜ਼ ਐਨ ਈਵਨ ਨੈਚੁਰਲ ਨੰਬਰ ਲੈਸ ਦੈਨ 10। ਈਵਨ ਨੈਚੁਰਲ ਨੰਬਰ ਨੇ ਐਂਡ ਲੈਸ ਦੈਨ 10 ਨੇ। ਫਿਫਥ ਪਾਰਟ ਹੈ ਸਾਡੇ ਕੋਲ 1 5 10 15। ਤਾਂ ਅਸੀਂ ਦੇਖਦੇ ਹਾਂ 1 ਤੋਂ ਬਾਅਦ 5 ਹੈ 10 ਹੈ 15 ਹੈ ਇਹ ਸਾਰੇ 5 ਦੇ ਮਲਟੀਪਲ ਸਟਾਰਟ ਹੋ ਗਏ। ਸੋ ਲਿਖਾਂਗੇ x ਸੱਚ ਦੈਟ x ਇਜ਼ ਨੈਚੁਰਲ ਨੰਬਰ ਮਲਟੀਪਲ ਆਫ 5 ਐਂਡ x ਇਜ਼ ਇਕੁਅਲ ਟੂ 1 ਐਂਡ ਜੋ ਸਾਡਾ ਫਰਸਟ ਨੰਬਰ ਹੈ ਇਜ਼ ਇਕੁਅਲ ਟੂ 1 ਹੈ ਬਾਕੀ ਸਾਰੇ ਸਾਡੇ ਕੋਲ ਮਲਟੀਪਲਸ ਹੈ 5 ਦੇ। ਸਿਕਸਥ ਪਾਰਟ ਹੈ ਸਾਡੇ ਕੋਲ x ਸਾਡੇ ਕੋਲ ਨੈਚੁਰਲ ਨੰਬਰਸ ਨੇ ਜੋ ਮਲਟੀਪਲ ਆਫ 6 ਨੇ ਸਾਰੇ ਐਂਡ ਜੋ ਸਾਡੇ ਕੋਲ x ਦੀਆਂ ਵੈਲਿਊਜ਼ ਨੇ ਉਹ ਸਾਡੇ ਕੋਲ ਗ੍ਰੇਟਰ ਦੈਨ 6 ਹੈ ਐਂਡ ਲੈਸ ਦੈਨ 100 ਹੈ। 6 ਦੇ ਮਲਟੀਪਲਸ ਮੀਨਸ 6 ਨਹੀਂ ਹੈਗਾ ਬਟ 6 to 12 ਤੋਂ ਸਟਾਰਟ ਹੋ ਰਿਹਾ 96 ਤੱਕ ਜਾ ਰਿਹਾ। ਸੋ ਇਸ ਦੇ ਬਾਰੇ ਇਸ ਤਰ੍ਹਾਂ ਅਸੀਂ ਇਸ ਨੂੰ ਡਿਫਾਈਨ ਕਰ ਸਕਦੇ ਹਾਂ।
बी दा फर्स्ट पार्ट है जी 3 6 9 12 सानू ये पता है कि 3 के टेबल मीनस 3 के मल्टीपल दे विचों आ रहे इसनों असीं लिख सकते हैं एक्स सच दैट एक्स इज इक्वल टू 3n। तुसीं इसकी जगह तो इस तरह थ्योरी भी लिख सकते हो कि एक्स इज मल्टीपल ऑफ 3 एंड एक्स इज इक्वल टू 3n भी लिख सकते हो। जिस तरह असीं 4th चैप्टर च कीता सी 3n का मतलब असीं n दी वैल्यूज़ चेंज करते जावांगे एंड साडे कोल वैल्यूज़ चेंज होंदे जाणगियां। n की वैल्यू 1 पुट करो 3 मिलेगा, 2 पुट करो 6 मिलेगा, 3 पुट करो 9 मिलेगा अप टू सो ऑन। एंड जो n की वैल्यू है कित्थों तक जा रही है वो साडे कोल लैस ग्रेटर दैन इक्वल टू 1 है एंड लैस दैन इक्वल टू 4 है। ठीक है जी, 4 वैल्यूज़ पुट करे तो साडे चारों एलीमेंट्स सानू मिल जाएंगे। बाकी सेम पार्ट्स ने इसके। थर्ड सम देखो, लिस्ट ऑल द एलीमेंट्स ऑफ फॉलोइंग सेट ए सच दैट एक्स इज एन ऑड नैचुरल नंबर। अगेन इसकी रोस्टर फॉर्म शो करनी है। एक इहो ਜਿਹੇ नंबर लिखने हैं ਜਿਹੜੇ ऑड होण एंड नैचुरल होण। सो लिखांगे 1 3 5 7 अप टू सो ऑन बिकॉज इन्होंने कोई लिमिट नहीं दी। सो अप टू सो ऑन का मतलब कि इनफिनिटी तक ये जाणगे। सैकेंड है साडे कोल एक्स इज इंटीजर। एक्स जो है ग्रेटर दैन होवे -1/2 तो एंड लैस दैन होवे 9/2 तो। जे इसनों असीं डेसीमल चेंज करिए तो यह -0.5 एंड इधर बनेगा साडे कोल 4.5। सो असीं नंबर लैने आ जो -0.5 तो ग्रेटर होवे एंड 4.5 तो लैस होवे। सो 0 1 2 3 4 तक लै सकते हैं जी। बाकी पार्ट्स तुहाडे करन लई ने। सो फोर्थ सम देखो, राइट द सैट ऑफ ऑल वॉल्स इन द इंग्लिश अल्फाबैट विच प्रसीड्स क्यू तो पहला जिन्ने भी वॉल आउंदे आ जी इंग्लिश अल्फाबैट चों लिख देने आ AEIO हुंदा। फिफ्थ सम है राइट सैट ऑफ ऑल इंटीजर हुज क्यूब इज इन एन ईवन नंबर, ईवन इंटीजर। तो सैट ऑफ ऑल इंटीजर लिखना है जी, सैट बनाना है जिन्हां दी क्यूब करे तो सानू ईवन इंटीजर मिलते होण। सो साडे कोल 2 के मल्टीपल इहो ਜਿਹੇ आउणगे जिन्हां दी क्यूब तो सानू ईवन इंटीजर मिलते होण। 2x का मतलब है 2 के मल्टीपल्स, इत्थे n भी लिख सकते हो एंड x बिलोंग्स टू z एंड x कित्थों होणगे सारे इंटीजर के सैट दे विच बिलोंग करते होणगे। इसनूं तुसीं इस तरह लिख सकते हो, जे लैट करो तुसीं x की वैल्यू 1 लाओगे ये बनेगा 2 × 1 2 2 की तुसीं अगे क्यूब करो कितना मिलेगा 8। x की वैल्यू 2 लो 2 × 2 4 4 की अगे क्यूब करो कितना मिलेगा 216 64 4 क्यूब बनेगा साडे कोल 64। इस तरह असीं एक्स दी वैल्यूज़ वेरी करते जावांगे मीनस 2 के मल्टीपल साडे कोल आउणगे जिन्हां दी क्यूब सानू ईवन नंबर मिलेगी। नैक्सट सिक्स्थ है जी, राइट द सैट दिस इन सैट बिल्डर फॉर्म। एक सैट दिता असीं इसकी कॉमन प्रॉपर्टी फाइंड करके लिखनी है सैट बिल्डर फॉर्म दे विच। सो ये प्रॉपर्टी तुसीं याद रखनी है x/x² + 1 सच दैट x बिलोंग्स टू नैचुरल नंबरस एंड x लैस दैन इक्वल टू 8। ये किस तरह होएगा, तुसीं इस दे विच वैल्यूज़ पुट करते जाओ 1 तो स्टार्ट करके लैस दैन इक्वल टू 8 क्या 8 तक करोगे तो तुहानूं ये सारे नंबर मिल जाएंगे। पुट करके देखो, जे तुसीं x की जगह 1 पुट करो तो 1/1² + 1 कितना बनेगा साडे कोल 1/2 विच इज़ फर्स्ट एलीमेंट। जे x की जगह 2 पुट करोगे सेकंड ये मिल जाएगा, 3 पुट करोगे 4 पुट करोगे अप टू 8। एंड लास्ट सम इज राइट द सेट x सच दैट x इज़ पॉजिटिव इंटीजर एंड x² लैस दैन 40 इन द रोस्टर फॉर्म। इहो ਜਿਹੇ नंबर लिखने हैं जी ਜਿਹੜੇ पॉजिटिव इंटीजर होण एंड उन्हों की स्क्वेयर करे तो सानू आंसर लैस दैन 40 मिले। सो असी 1 to 6 नंबर लिखते चैक करो। 1 की स्क्वेयर 1 है जी लैस दैन 40, 2 स्क्वेयर 4 लैस दैन 40 अप टू सो ऑन 6 स्क्वेयर 36 लैस दैन 40। बट जे 7 की स्क्वेयर करांगे तो साडे कोल 49 बनेगा, वो ग्रेटर हो जाएगा। सो असी 1 to 6 तक ये सारे नंबर लिखते। तुहाडे एग्जाम तो पहलां तुहाडी जूम दे उपर मीटिंग होएगी, लाइव क्लास होएगी, तो तुसीं अपने डाउट्स मैनूं उत्थे भी पुछ सकते हो। हाँ जी, नैक्सट साडे कोल एक्सरसाइज 1B उसकी इंट्रो करते हैं। फाइनाइट एंड इनफाइनाइट सैट की होंदे है जी। फाइनाइट सैट वो सैट होंदे हैं जिन्हां दे एलीमेंट्स नूं असीं काउंट कर सकते हैं। ठीक है जी, जिस तरह लिखा कि सैट इज सैट टू फाइनाइट इफ इट कंसिस्ट ऑफ ओनली फाइनाइट नंबर ऑफ एलीमेंट्स मीनस जिन्होंने असीं काउंट कर सकते हैं। इनफाइनाइट सैट वो होंदा जिस दे एलीमेंट्स इनफिनिटी तक जाते हैं मीनस असीं उन्होंने काउंट नहीं कर सकते। इन्हां दी एग्जाम्पल नाल दित्तियां होईयां ने। कार्डिनल नंबर की होंदे है जी, इस दे विच कार्डिनल का मतलब है कि किसी सैट का ऑर्डर मीनस उस दे विच एलीमेंट्स किन्ने आ उसकी गिनती। कार्डिनल नंबर असीं इसनूं एन नाल शो करते हैं। एग्जाम्पल देखो, सैट दिता सानू 1 to 3 तो इस दे एन ए की होएगी मीनस इसकी कार्डिनलिटी कितनी होएगी 3। कहने का मतलब इस दे विच किन्ने एलीमेंट्स ने 3 एलीमेंट्स ने। नैक्सट एम्प्टी सैट। एम्प्टी सैट की होंदा जी, सैट हैविंग नो एलीमेंट इज़ कॉल्ड एम्प्टी सैट। जिस सैट दे विच कोई एलीमेंट नहीं होएगा उसनूं एम्प्टी सैट कहांगे। इसनूं नल जां वॉइड सैट भी कह सकते हैं। एंड इसका साइन की साडे कोल फाई, इसनूं असीं फाई कहने हैं। ठीक है, एग्जाम्पल्स तुसीं देख सकते हो। ए बी सैट ऑफ ऑल दोज इंटीजर हू स्क्वेयर इज़ 2
ਤਾਂ ਇਹੋ ਜਿਹਾ ਕੋਈ ਵੀ ਇੰਟੀਜਰ ਨਹੀਂ ਹੋਏਗਾ ਜਿਸ ਦੀ ਸਕੁਏਅਰ 2 ਹੋਏਗੀ। ਸੋ ਉਸ ਨੂੰ ਅਸੀਂ 5 ਲਿਖਾਂਗੇ ਕਿਉਂਕਿ ਕੋਈ ਇਹੋ ਜਿਹਾ ਐਲੀਮੈਂਟ ਨਹੀਂ ਹੋਏਗਾ। ਨੈਕਸਟ ਇਜ਼ ਸਿੰਗਲਟਨ ਸੈਟ। ਸੈਟ ਹੈਵਿੰਗ ਓਨਲੀ ਵਨ ਐਲੀਮੈਂਟ ਇਜ਼ ਕਾਲਡ ਸਿੰਗਲਟਨ ਸੈਟ। ਜਿਸ ਸੈਟ ਦੇ ਵਿੱਚ ਸਿਰਫ ਇੱਕ ਐਲੀਮੈਂਟ ਉਸ ਨੂੰ ਸਿੰਗਲਟਨ ਸੈਟ ਕਵਾਂਗੇ। ਨੈਕਸਟ ਆਰਡਰ ਆਫ ਫਾਈਨਾਈਟ ਸੈਟ ਸੇਮ, ਕਿ ਉਸਦੀ ਕਾਰਡੀਨੈਲਿਟੀ ਕਿੰਨੀ ਆ, ਆਰਡਰ ਉਸ ਨੂੰ ਹੀ ਬੋਲਿਆ ਜਾਂਦਾ ਕਿ ਸੈਟ ਦੇ ਵਿੱਚ ਕਿੰਨੇ ਐਲੀਮੈਂਟਸ ਨੇ। ਕਹਿੰਦੇ ਇਫ ਆਰਡਰ ਆਫ ਸੈਟ ਇਜ਼ 0 ਦੈਨ ਸੈਟ ਇਜ਼ ਐਮਟੀ। ਜੇ ਕਿਸੇ ਸੈਟ ਦਾ ਆਰਡਰ 0 ਹੋਵੇ ਇਟ ਮੀਨਸ ਆਪਾਂ ਕਹਾਂਗੇ ਸੈਟ ਐਮਟੀ ਹੈ। ਐਂਡ ਜੇ ਕਿਸੇ ਸੈਟ ਦਾ ਆਰਡਰ 1 ਹੈ ਇਟ ਮੀਨਸ ਉਹ ਸਿੰਗਲਟਨ ਸੈਟ ਹੈ, ਮੀਨਸ ਉਸ ਦੇ ਵਿੱਚ 1 ਐਲੀਮੈਂਟ ਐਗਜ਼ਿਸਟ ਕਰ ਰਿਹਾ। ਐਂਡ ਕੀ ਪੁਆਇੰਟ ਹੈ ਕਿ ਆਰਡਰ ਆਫ ਇਨਫਾਈਨਾਈਟ ਸੈਟ ਇਜ਼ ਨੈਵਰ ਡਿਫਾਈਨਡ। ਜੋ ਇਨਫਾਈਨਾਈਟ ਸੈਟ ਆ ਸਾਡੇ ਕੋਲ ਉਸਦਾ ਆਰਡਰ ਅਸੀਂ ਡਿਫਾਈਨ ਨਹੀਂ ਕਰ ਸਕਦੇ, ਮੀਨਸ ਉਸਦੇ ਐਲੀਮੈਂਟਸ ਨੂੰ ਕਾਊਂਟ ਨਹੀਂ ਕਰ ਸਕਦੇ। ਲਾਸਟ ਡੈਫੀਨੇਸ਼ਨ ਇਜ਼ ਇਕੁਅਲ ਐਂਡ ਇਕੁਅਲੈਂਟ ਸੈਟਸ। ਦੋ ਸੈਟਸ ਨੂੰ ਇਕੁਅਲ ਕਦੋਂ ਕਿਹਾ ਜਾਂਦਾ ਹੈ? ਇਫ ਦੇ ਹੈਵ ਐਗਜ਼ੈਕਟਲੀ ਸੇਮ ਐਲੀਮੈਂਟ। ਜੇ ਐਗਜ਼ੈਕਟਲੀ ਸੇਮ ਐਲੀਮੈਂਟ ਦੋਨੋਂ ਸੈਟਸ ਦੇ ਵਿੱਚ ਹੋਣ। ਐਗਜ਼ਾਮਪਲ ਦੇਖੋ, A ਸੈਟ ਹੈ 1 2 3 4, B ਸੈਟ ਹੈ 2 4 1 3। ਦੇਖੋ ਇਸ ਦੇ ਵਿੱਚ ਪੋਜੀਸ਼ਨ ਜ਼ਰੂਰ ਚੇਂਜ ਆ ਬਟ ਐਲੀਮੈਂਟਸ ਤਾਂ ਸੇਮ ਨੇ ਨਾ, ਸੋ ਅਸੀਂ ਕਵਾਂਗੇ A ਇਜ਼ ਇਕੁਅਲ ਟੂ B। ਇਕੁਅਲੈਂਟ ਸੈਟ, ਦੋ ਸੈਟ A ਐਂਡ B ਨੂੰ ਇਕੁਅਲੈਂਟ ਉਦੋਂ ਕਵਾਂਗੇ ਜੇ ਉਹਨਾਂ ਕੋਲ ਸੇਮ ਨੰਬਰ ਆਫ ਐਲੀਮੈਂਟਸ ਨੇ ਬਟ ਉਹ ਐਗਜ਼ੈਕਟਲੀ ਸੇਮ ਨਾ ਹੋਣ। ਐਗਜ਼ਾਮਪਲ ਦੇਖੋ, A ਸੈਟ ਦੇ ਵਿੱਚ 1 3 5 7 ਹੈ, B ਦੇ ਵਿੱਚ A B C D ਆ। ਇਹ ਦੇਖੋ ਇਹਨਾਂ ਦੇ ਵਿੱਚ ਹੁਣ ਨੰਬਰ, ਇਹਨਾਂ ਦੀ ਗਿਣਤੀ ਦੇਖੋ, ਕਾਊਂਟਿੰਗ ਤਾਂ ਸੇਮ ਹੈ ਨਾ, ਚਾਹੇ ਐਲੀਮੈਂਟਸ ਡਿਫਰੈਂਟ ਨੇ ਬਟ ਕਾਊਂਟਿੰਗ ਸੇਮ ਆ। ਸੋ ਇਹਨਾਂ ਨੂੰ ਕਹਾਂਗੇ ਦੋਨੋਂ ਇਕੁਅਲੈਂਟ ਸੈਟ ਨੇ ਐਂਡ ਇਹ ਸਾਡਾ ਇਕੁਅਲੈਂਟ ਦਾ ਸਾਈਨ ਹੋ ਗਿਆ। ਐਂਡ ਇਸ ਦਾ ਕੀ ਪੁਆਇੰਟ ਹੈ ਕਿ ਆਲ ਇਕੁਅਲ ਸੈਟਸ ਆਰ ਇਕੁਅਲੈਂਟ ਸੈਟਸ ਬਟ ਆਲ ਇਕੁਅਲੈਂਟ ਸੈਟਸ ਆਰ ਨਾਟ ਇਕੁਅਲ ਸੈਟਸ। ਠੀਕ ਹੈ ਜੀ।